ਐਲੀਗੇਸ਼ਨਸ ਇਹ ਨੇ ਕਿ ਪੇਪਰ ਲੀਕ ਸੀਗਾ। ਸਲਾਈਟ ਲੌਂਗੋਵਾਲ ਦੇ ਵਿੱਚ ਬਿਠਾ ਕੇ ਇਹਨਾਂ ਨੇ ਬੱਚਿਆਂ ਨੂੰ ਪੇਪਰ ਜਿਹੜਾ ਹੈਗਾ ਉਹ ਕਰਵਾਇਆ। ਜੋ ਹਰਿਆਣਾ ਦੀ ਗੱਲ ਕਰਦੇ ਹੋ ਤਾਂ ਹਰਿਆਣਾ ਦੇ ਵਿੱਚ ਇਹਨਾਂ ਨੇ 118 ਬੰਦੇ ਜਿਹੜੇ ਰੱਖੇ ਨੇ, ਉਹ 118 ਬੰਦੇ ਦੇ ਵਿੱਚੋਂ ਕੋਈ 80-90 ਬੱਚੇ ਇਹਨਾਂ ਨੇ ਆਪਣੇ ਰੱਖੇ ਨੇ। ਜੋ ਗੋਲਡ ਮੈਡਲਿਸਟ ਬੱਚੇ ਨੇ 10-10 ਸਾਲ ਤੋਂ ਤਿਆਰੀ ਕਰ ਰਹੇ ਨੇ, 5-5 ਸਾਲ ਤੋਂ ਤਿਆਰੀ ਕਰ ਰਹੇ ਨੇ, ਜੋ 7-7 8-8 ਮੇਨਸ ਮਤਲਬ ਕਲੀਅਰ ਕਰਕੇ ਬੈਠੇ ਨੇ, ਉਹਨਾਂ ਲੋਕਾਂ ਨੂੰ ਇਹਨਾਂ ਨੇ 6-6 ਨੰਬਰ ਦਿੱਤੇ ਨੇ। ਆਪਣੇ ਬੱਚਿਆਂ ਨੂੰ ਇਹਨਾਂ ਨੇ ਸੇਮ ਕੁਐਸਚਨ ਲਈ 10 ਚੋਂ 5 ਨੰਬਰ ਦੇ ਰੱਖੇ ਨੇ, ਸਾਡੇ ਵਰਗਿਆਂ ਨੂੰ 10 ਚੋਂ 2 ਨੰਬਰ ਦੇ ਰੱਖੇ ਨੇ। ਔਰ ਇੱਕ ਕੋਈ ਇਹਨਾਂ ਦਾ ਜਸਟਿਸ ਹੈ ਜਾਂ ਮੈਂਬਰ ਹੈ, ਉਹ ਮਤਲਬ ਪੂਰੀ ਇੰਟਰਵਿਊਜ਼ ਦੇ ਵਿੱਚ ਛੱਤ ਦੀ ਤਰਫ ਦੇਖ ਰਿਹਾ ਸੀ। ਔਰ ਛੱਤ ਦੀ ਤਰਫ ਦੇਖਣ ਦਾ ਮਤਲਬ ਹੈ ਇੱਕ ਬੱਚਾ ਤੁਹਾਡੇ ਕੋਲੇ 5 ਸਾਲ ਤਿਆਰੀ ਕਰਕੇ ਆ ਰਿਹਾ ਔਰ ਤੁਸੀਂ ਛੱਤ ਦੀ ਤਰਫ ਦੇਖ ਰਹੇ ਹੋ, ਤਾਂ ਮੈਂ ਮਤਲਬ ਇਹਨੂੰ ਇੱਕ ਸ਼ੇਮਫੁਲ ਐਕਟ ਮੰਨਦਾ। ਕਿਵੇਂ ਜੱਜ ਹੋ ਸਕਦਾ ਕਿ ਜੇ ਛੱਤ ਵੱਲ ਦੇਖ ਰਹੇ ਸੀ ਤਾਂ ਉਹਨਾਂ ਨੇ ਸਿਲੈਕਟ ਕੀਤਾ ਹੋਇਆ? ਇਹ ਤੁਹਾਡੇ ਕੋਲੇ ਕੋਈ ਇਨਪੁਟ ਹੈ ਜਾਂ ਤੁਸੀਂ ਸਿਰਫ ਕਦੇ ਇਹਨਾਂ ਦਾ ਕੋਈ ਪੇਪਰ ਲੀਕ ਹੋ ਜਾਂਦਾ ਹੈ ਜੀ, ਕਦੇ ਕੋਈ ਕਿਸੇ ਸਟੇਟ ਦੇ ਨਾਲ ਪੇਪਰ ਕਲੈਸ਼ ਹੋ ਜਾਂਦਾ ਹੈ, ਕਦੇ ਪੇਪਰ WhatsApp 'ਤੇ ਲੀਕ ਹੋ ਗਿਆ। ਕਿ ਜਦੋਂ ਸਾਨੂੰ ਹੀ ਮਤਲਬ ਸਾਨੂੰ ਅੱਜ ਤੁਸੀਂ ਜੁਡੀਸ਼ੀਅਲ ਐਸਪੀਰੈਂਟਸ ਕਹਿ ਲਓ, ਫਿਊਚਰ ਜੱਜਿਸ ਕਹਿ ਸਕਦੇ ਹੋ, ਲਾਇਰਸ ਕਹਿ ਸਕਦੇ ਹੋ, ਕਿ ਜਦ ਸਾਨੂੰ ਹੀ ਕੋਈ ਰਿਲੀਫ ਨਹੀਂ ਮਿਲ ਰਿਹਾ ਤਾਂ ਇੱਕ ਨਾਰਮਲ ਜੋ ਇਨਸਾਨ ਹੈ, ਜੋ ਆਪਣਾ ਇੱਕ ਨਾਰਮਲ ਇੰਡੀਆ ਦਾ ਬੰਦਾ ਹੈ, ਉਹਨਾਂ ਨੂੰ ਮਤਲਬ ਇਹਨਾਂ ਦੇ ਸਿਸਟਮ ਤੋਂ ਕਿੰਨਾ ਕੁ ਰਿਲੀਫ ਮਿਲਦਾ ਹੋਏਗਾ। ਫਿਰ ਹੁਣ ਉਮੀਦ ਕਿਸ ਤੋਂ ਆ? PM ਤੱਕ ਵੀ ਅਸੀਂ ਗੱਲ ਪਹੁੰਚਾਈ ਹੈ, ਹਲੇ ਸਾਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਪ੍ਰੈਜ਼ੀਡੈਂਟ ਕੋਲ ਵੀ ਮਤਲਬ ਦਿੱਲੀ ਦੀਆਂ ਸਾਰੀਆਂ ਅਥਾਰਟੀਜ਼ ਕੋਲ ਅਸੀਂ ਰਿਕੁਐਸਟ ਭੇਜੀ ਤਾਂ ਹੈ। ਤੁਹਾਨੂੰ ਕੀ ਲੱਗ ਰਿਹਾ ਕਿ ਆ ਇੱਕ ਸਾਰਥਕ ਕਦਮ ਹੋ ਸਕਦਾ ਹੈ ਜਿਹੜਾ ਸਾਡਾ ਭਲਾ ਕਰ ਸਕਦਾ? ਤੁਹਾਡੀ ਇੱਕ ਵਾਰ ਫਿਰ ਤੋਂ ਮੁੜ ਸੁਣਵਾਈ ਹੋ ਸਕਦੀ? ਮਤਲਬ ਅਸੀਂ ਸਾਰੀ ਅਥਾਰਟੀਜ਼ ਦਾ ਹੁਣ ਘਿਰਾਓ ਕਰਾਂਗੇ, ਬਟ ਰਿਲੀਫ ਮਤਲਬ ਅਸੀਂ ਹੁਣ ਲੈ ਕੇ ਰਹਾਂਗੇ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ। ਜੁਡੀਸ਼ੀਅਲ ਸਿਸਟਮ ਤੇ ਸਵਾਲ ਖੜੇ ਹੋ ਰਹੇ ਨੇ ਔਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਆ। ਇਹ ਸਵਾਲ ਇਸ ਕਰਕੇ ਨਹੀਂ ਕਿ ਕੋਈ ਕੇਸ ਲੱਗਾ ਸੀ ਤੇ ਲੇਟ ਹੋ ਗਿਆ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਗੱਲ ਹੈ। ਦਰਅਸਲ ਰਿਕਰੂਟਮੈਂਟ ਤੇ ਸਵਾਲ ਖੜੇ ਹੋ ਰਹੇ ਆ, ਐਗਜ਼ਾਮੀਨੇਸ਼ਨ ਤੇ ਸਵਾਲ ਖੜੇ ਹੋ ਰਹੇ ਆ ਕਿ ਕੁਝ ਅਸਾਮੀਆਂ ਨਿਕਲਦੀਆਂ ਨੇ ਜੱਜਸ ਦੀਆਂ ਔਰ ਉਹਨਾਂ ਦੇ ਵਿੱਚ ਊਣਤਾਈਆਂ ਪਾਈਆਂ ਜਾਂਦੀਆਂ। ਊਣਤਾਈਆਂ ਵੀ, ਮੋਨੋਪਲੀ ਵੀ, ਕਈ ਕੁਝ ਹੁੰਦਾ। ਇਹ ਕਥਿਤ ਤੌਰ ਤੇ ਦੋਸ਼ ਨੇ ਕਿ ਇਹ ਸਾਰਾ ਕੁਝ ਵਾਪਰਿਆ। ਇੱਕ ਸ਼ਖਸ ਨੇ ਮੇਰੇ ਨਾਲ ਇਹ ਸਵਾਲ ਚੱਕ ਰਹੇ ਨੇ, ਕਹਿ ਰਹੇ ਨੇ ਕਿ ਅਸੀਂ ਬਹੁਤ ਬੰਦੇ ਆ ਜਿਨ੍ਹਾਂ ਦੇ ਹੱਕ ਮਾਰੇ ਜਾ ਰਹੇ ਨੇ ਇਸ ਮਾਮਲੇ ਦੇ ਅੰਦਰ। ਉਹ ਕਹਿ ਰਹੇ ਨੇ ਕਿ ਅਸੀਂ ਹੁਣ ਤੱਕ ਜੱਜ ਦੀ ਕੁਰਸੀ ਤੇ ਹੁੰਦੇ ਜੇ ਇਹ ਸਾਰਾ ਕੁਝ ਨਾ ਵਾਪਰਿਆ ਹੁੰਦਾ। ਸਾਰੀ ਕਹਾਣੀ ਸਮਝਾਂਗੇ ਕਿ ਇਹਨਾਂ ਦੀ ਦੋਸ਼ ਲਾਉਣ ਦਾ ਇਹ ਕਾਰਨ ਕੀ ਹੈ। ਵੀਰ ਜੀ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ। ਨਾਮ ਮੇਰਾ ਹਰਿੰਦਰ ਹੈ ਜੀ, ਔਰ ਮੈਂ ਰੀਸੈਂਟਲੀ 3 ਸਾਲ ਪਹਿਲਾਂ ਹਰਿਆਣਾ ਜੁਡੀਸ਼ਰੀ ਦਾ ਪੇਪਰ ਦਿੱਤਾ ਸੀ। 256 ਵੈਕੈਂਸੀਆਂ ਨਿਕਲੀਆਂ ਸੀ ਹਰਿਆਣਾ ਦੇ ਵਿੱਚ। ਔਰ ਅਗਰ ਤੁਸੀਂ ਹਰਿਆਣਾ ਗਵਰਨਮੈਂਟ ਦੀ ਗੱਲ ਕਰੋ ਤਾਂ ਹਰਿਆਣਾ ਸਰਕਾਰ ਕੋਲੇ 256 ਕੋਰਟਾਂ ਦਾ ਇਨਫਰਾਸਟਰਕਚਰ ਹੈ ਨਹੀਂਗਾ। ਔਰ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੀ ਗੱਲ ਕਰੋ ਤਾਂ ਉੱਥੇ 256 ਸੀਟਸ ਨਹੀਂ ਹੈਗੀਆਂ, 120 ਸੀਟਸ ਨੇ ਜਿੱਥੇ ਤੁਸੀਂ ਜੁਡੀਸ਼ੀਅਲ ਆਫੀਸਰਸ ਨੂੰ ਟ੍ਰੇਨ ਕਰ ਸਕਦੇ ਹੋ। ਔਰ ਇਹਨਾਂ ਨੇ 118 ਬੰਦੇ ਹੀ ਰੱਖ ਕੇ ਰਿਕਰੂਟਮੈਂਟ ਹੈ ਜਿਹੜੀ ਕਲੋਜ਼ ਕਰਤੀ। ਤਾਂ ਉਸ ਤੋਂ ਬਾਅਦ ਅਸੀਂ 4 ਪਟੀਸ਼ਨਸ ਅਸੀਂ ਸੁਪਰੀਮ ਕੋਰਟ ਫਾਈਲ ਕੀਤੀਆਂ, 4 ਪਟੀਸ਼ਨਸ ਅਸੀਂ ਹਾਈ ਕੋਰਟ ਫਾਈਲ ਕੀਤੀਆਂ। ਸੁਪਰੀਮ ਕੋਰਟ ਵਾਲੀਆਂ ਪਟੀਸ਼ਨਸ ਇਹਨਾਂ ਨੇ ਸਾਡੀਆਂ ਡਿਸਮਿਸ ਕਰਤੀਆਂ ਔਰ ਹਾਈ ਕੋਰਟ ਵਾਲੀਆਂ ਦੀ ਇਹਨਾਂ ਨੇ 1 ਸਾਲ ਦੀ ਡੇਟ ਪਾਤੀ। ਤਾਂ 1 ਸਾਲ ਦੀ ਡੇਟ ਪਾਉਣ ਦਾ ਮਤਲਬ ਹੈ ਕਿ ਤੁਸੀਂ ਸਾਡੀਆਂ ਪਟੀਸ਼ਨਸ ਜਿਹੜੀਆਂ ਹੈਗੀਆਂ ਉਹ ਸੁਣਨ ਦੇ ਵਿੱਚ ਇੰਟਰਸਟਿਡ ਨਹੀਂ ਹੋ। ਔਰ ਰੀਸੈਂਟ ਅਗਰ ਮੈਂ ਤੁਹਾਨੂੰ ਪੰਜਾਬ ਦੀ ਗੱਲ ਕਰਾਂ, 159 ਪੋਸਟਾਂ ਨਿਕਲੀਆਂ ਸੀ ਤਾਂ ਕਾਫੀ ਕੋਈ 10-15 ਹਜ਼ਾਰ ਬੱਚੇ ਦਾ ਪੇਪਰ ਨਹੀਂ ਸੀ ਭਰਿਆ ਗਿਆ। ਤਾਂ ਬੱਚਿਆਂ ਨੇ ਤੁਸੀਂ ਲਗਾਓ ਕਿ PPSC ਦੇ ਦਫ਼ਤਰ ਨੂੰ ਵੀ ਲਿਖਿਆ, ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਲਿਖਿਆ, CM ਪੰਜਾਬ ਨੂੰ ਵੀ ਲਿਖਿਆ, ਐਜੂਕੇਸ਼ਨ ਮਿਨਿਸਟਰ ਨੂੰ ਵੀ ਲਿਖਿਆ, ਫਾਈਨਾਂਸ ਮਿਨਿਸਟਰ ਨੂੰ ਵੀ ਲਿਖਿਆ। ਅਸੀਂ ਪਟੀਸ਼ਨ ਵੀ ਫਾਈਲ ਕੀਤੀ ਜੋ ਕਿ ਸਾਨੂੰ ਕਾਸਟ ਦਾ ਥ੍ਰੈਟ ਦੇ ਕੇ ਵਿਡਰੋ ਕਰਵਾਈ ਗਈ। ਪਟੀਸ਼ਨ ਅਸੀਂ ਸੁਪਰੀਮ ਕੋਰਟ ਵੀ ਫਾਈਲ ਕੀਤੀ, 3-3.5 ਲੱਖ ਰੁਪਇਆ ਦਿੱਤਾ, ਬਟ ਉੱਥੇ ਜੋ ਅਸੀਂ ਐਡਵੋਕੇਟ ਹਾਇਰ ਕੀਤਾ ਉਹਨੇ 4 ਦਿਨ ਸਾਡੀ ਪਟੀਸ਼ਨ ਹੈ ਜਿਹੜੀ ਫਾਈਲ ਹੀ ਨਹੀਂ ਕੀਤੀ। ਔਰ ਐਲੀਗੇਸ਼ਨਸ ਇਹ ਨੇ ਕਿ ਪੇਪਰ ਲੀਕ ਸੀਗਾ। ਸਲਾਈਟ ਲੌਂਗੋਵਾਲ ਦੇ ਵਿੱਚ ਬਿਠਾ ਕੇ ਇਹਨਾਂ ਨੇ ਬੱਚਿਆਂ ਨੂੰ ਪੇਪਰ ਜਿਹੜਾ ਹੈਗਾ ਉਹ ਕਰਵਾਇਆ, ਜੋ ਕਿ ਖਬਰ ਆਉਂਦੀ ਹੈ। ਤਾਂ ਮੋਟਾ ਅਗਰ ਮੈਂ ਤੁਹਾਨੂੰ ਦੱਸਾਂ, ਪਿਛਲੇ 5 ਸਾਲ ਤੋਂ ਜੋ ਐਲੀਗੇਸ਼ਨਸ ਲੱਗ ਰਹੇ ਨੇ ਉਹ ਇਹ ਹੈ ਕਿ ਜੁਡੀਸ਼ਰੀ ਦਾ ਹਰ ਸਟੇਟ ਦਾ ਬੀ ਇਟ ਲੋਅਰ ਬੀ ਇਟ ਹਾਇਰ, ਮਤਲਬ ਚਾਹੇ ਲੋਅਰ ਜੁਡੀਸ਼ਰੀ ਦਾ ਪੇਪਰ ਹੈ ਚਾਹੇ ADJ ਦਾ ਪੇਪਰ ਹੈ, ਉਹ ਪਹਿਲਾਂ ਉਹਦਾ ਪ੍ਰੀਲਿਮਸ ਲੀਕ ਕੀਤਾ ਜਾਂਦਾ, ਫਿਰ ਉਹਦਾ ਮੇਨਸ ਲੀਕ ਕੀਤਾ ਜਾਂਦਾ, ਫਿਰ ਇੰਟਰਵਿਊ ਲੀਕ ਕੀਤੀ ਜਾਂਦੀ ਹੈ। ਅਗਰ ਹੁਣ ਤੁਸੀਂ ਜਿਵੇਂ ਹੁਣ ਹਰਿਆਣਾ ਦੀ ਗੱਲ ਕਰਦੇ ਹੋ ਤਾਂ ਹਰਿਆਣਾ ਦੇ ਵਿੱਚ ਇਹਨਾਂ ਨੇ 118 ਬੰਦੇ ਜਿਹੜੇ ਰੱਖੇ ਨੇ, ਉਹ 118 ਬੰਦੇ ਦੇ ਵਿੱਚੋਂ ਕੋਈ 80-90 ਬੱਚੇ ਇਹਨਾਂ ਨੇ ਆਪਣੇ ਰੱਖੇ ਨੇ।
ਉਹ ਪਤਾ ਕਿੱਦਾਂ ਲੱਗਦਾ, ਜਿਵੇਂ ਹੁਣ ਅਸੀਂ 5 ਸਾਲ ਤੋਂ ਤਿਆਰੀ ਕਰਦੇ ਹਾਂ, ਸਾਡੇ ਨਾਲ ਹੀ ਬੱਚੇ, ਮਤਲਬ ਜਿਸ ਬੱਚੇ ਨੂੰ 100 ਨੰਬਰ ਦਿੱਤੇ ਨੇ ਉਹ ਵੀ ਸਾਡੇ ਨਾਲ ਹੀ ਪੜ੍ਹਿਆ 5 ਸਾਲ ਤੋਂ, ਜਿਸ ਬੱਚੇ ਨੂੰ 10 ਨੰਬਰ ਦਿੱਤੇ ਨੇ ਉਹ ਵੀ 5 ਸਾਲ ਤੋਂ ਸਾਡੇ ਨਾਲ ਹੀ ਪੜ੍ਹਿਆ। ਮਤਲਬ ਜੋ ਕਹਿ ਲਓ ਕਿ ਜੋ 골ਡ ਮੈਡਲਿਸਟ ਬੱਚੇ ਨੇ 10-10 ਸਾਲ ਤੋਂ ਤਿਆਰੀ ਕਰ ਰਹੇ ਨੇ, 5-5 ਸਾਲ ਤੋਂ ਤਿਆਰੀ ਕਰ ਰਹੇ ਨੇ, ਜੋ 7-7 8-8 ਮੇਨਸ ਮਤਲਬ ਕਲੀਅਰ ਕਰਕੇ ਬੈਠੇ ਨੇ, ਉਹਨਾਂ ਲੋਕਾਂ ਨੂੰ ਇਹਨਾਂ ਨੇ 6-6 ਨੰਬਰ ਦਿੱਤੇ ਨੇ। ਔਰ ਰੀਸੈਂਟ ਹੁਣ ਮੈਂ ਤੁਹਾਨੂੰ ਦੱਸਾਂ, ਜਿੱਦਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 22 ਇਹਨਾਂ ਨੇ ਵੈਕੈਂਸੀਆਂ ਕੱਢੀਆਂ ਸੀ ਜੀ ਡਰਾਈਵਰਸ ਦੀਆਂ, ਔਰ 18 ਬੰਦੇ ਸੁਣਨ ਨੂੰ ਆਉਂਦਾ ਕਿ ਮੱਧ ਪ੍ਰਦੇਸ਼ ਤੋਂ ਇਹਨਾਂ ਨੇ ਬੁਲਾਏ ਨੇ। ਕਿਉਂ ਬੁਲਾਏ ਨੇ? ਕਿਉਂਕਿ ਸ਼ਾਇਦ ਇਹਨਾਂ ਦੇ ਚੀਫ ਜਸਟਿਸ ਨੇ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ, ਉਹ ਮੱਧ ਪ੍ਰਦੇਸ਼ ਨੂੰ ਬਿਲੋਂਗ ਕਰਦੇ ਨੇ। ਔਰ ਕਲੈਰੀਕਲ ਰਿਕਰੂਟਮੈਂਟ ਦੇ ਵਿੱਚ ਵੀ ਇੱਦਾਂ ਦੀਆਂ ਹੀ ਚੀਜ਼ਾਂ ਹੋਈਆਂ ਨੇ। ਕਲੈਰੀਕਲ ਰਿਕਰੂਟਮੈਂਟ ਦੇ ਵਿੱਚ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਕਿ ਜਿਨ੍ਹਾਂ ਬੱਚਿਆਂ ਨੇ ਪੰਜਾਬੀ ਪੋਸਟ ਮੈਟ੍ਰਿਕ ਕੀਤੀ ਹੈ ਉਹਨਾਂ ਲੋਕਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਕਲੈਰੀਕਲ ਦੇ ਟੈਸਟ ਦੇ ਵਿੱਚ ਬੈਠਣ ਤੋਂ। ਤਾਂ ਅਸੀਂ ਇੱਦਾਂ ਦਾ ਕੋਈ ਨੋਟੀਫਿਕੇਸ਼ਨ, ਕੋਈ ਸਰਵਿਸ ਰੂਲ ਅਸੀਂ ਪੂਰੇ ਇੰਡੀਆ ਦੇ ਵਿੱਚ ਕਦੇ ਕੋਈ ਨਹੀਂ ਦੇਖਿਆ ਕਿ ਇੱਦਾਂ ਜਿਹਨੇ ਪੰਜਾਬੀ ਪੋਸਟ ਮੈਟ੍ਰਿਕ ਕੀਤੀ ਹੈ ਉਹ ਪੇਪਰ ਦੇ ਵਿੱਚ ਕੁਆਲੀਫਾਈ ਨਹੀਂ ਹੋ ਸਕਦਾ। ਔਰ ਚਲੋ ਸਾਰਾ ਕੁਝ ਹੋ ਗਿਆ, ਤਾਂ ਸਵਾਲ ਮਤਲਬ ਦੁਬਾਰਾ ਇਹ ਖੜਾ ਹੁੰਦਾ ਹੈ ਕਿ ਕੋਰਟਸ ਮਤਲਬ ਸਾਨੂੰ ਹੀ ਐਂਟਰਟੇਨ ਨਹੀਂ ਕਰ ਰਹੀਆਂ। ਹੁਣ ਜਿਸ ਤਰ੍ਹਾਂ ਹਰਿਆਣਾ ਦੀਆਂ ਅਸੀਂ ਆਨਸਰ ਸ਼ੀਟਾਂ ਲਈਆਂ ਨੇ ਜੀ, ਹਰਿਆਣਾ ਦਾ ਜੋ ਪੇਪਰ ਹੋਇਆ ਸੀ, ਪਹਿਲਾਂ ਤਾਂ ਤੁਸੀਂ ਦੇਖੋ ਇਹਨਾਂ ਨੇ RTI ਐਕਟ ਦੇ ਵਿੱਚ ਤੁਸੀਂ 30 ਦਿਨ ਦੇ ਵਿੱਚ ਜਾਂ 60 ਦਿਨ ਦੇ ਵਿੱਚ ਜਾਂ 90 ਦਿਨ ਦੇ ਵਿੱਚ ਤੁਸੀਂ RTI ਦੀ ਆਨਸਰ ਸ਼ੀਟਾਂ ਦੇਣੀਆਂ ਹੁੰਦੀਆਂ। 90 ਦਿਨ ਮੈਕਸੀਮਮ ਨੇ, ਬਟ ਇਹਨਾਂ ਨੇ 120 ਦਿਨ 150 ਦਿਨ ਤੱਕ ਆਨਸਰ ਸ਼ੀਟਾਂ ਜਿਹੜੀਆਂ ਹੈਗੀਆਂ ਉਹ ਦੱਬਣ ਦੀ ਕੋਸ਼ਿਸ਼ ਕੀਤੀ। ਔਰ ਹੁਣ ਅਗਰ ਸਾਡੀਆਂ ਆਨਸਰ ਸ਼ੀਟਾਂ ਆਈਆਂ ਨੇ ਤਾਂ ਉਹਦੇ ਵਿੱਚ ਇਹਨਾਂ ਨੇ ਜਿਵੇਂ ਇੰਗਲਿਸ਼ ਦੇ ਕੁਝ ਠੀਕ ਸੈਂਟੈਂਸਿਸ ਨੇ ਉਹਨਾਂ ਨੂੰ ਗਲਤ ਕਰ ਰੱਖਿਆ ਜੀ। ਆਪਣੇ ਬੱਚਿਆਂ ਨੂੰ ਇਹਨਾਂ ਨੇ ਸੇਮ ਕੁਐਸਚਨ ਲਈ 10 ਚੋਂ 5 ਨੰਬਰ ਦੇ ਰੱਖੇ ਨੇ, ਸਾਡੇ ਵਰਗਿਆਂ ਨੂੰ 10 ਚੋਂ 2 ਨੰਬਰ ਦੇ ਰੱਖੇ ਨੇ। ਔਰ ਕੁਛ ਬੱਚੇ ਮਤਲਬ ਕੁਛ ਕੀ ਆਲਮੋਸਟ ਜਿਹੜੇ ਬੱਚੇ ਹਰਿਆਣੇ ਦੀ ਇੰਟਰਵਿਊਜ਼ ਦੇ ਵਿੱਚ ਅਪੀਅਰ ਹੋਏ ਸੀ ਉਹ ਇਹ ਦੱਸ ਰਹੇ ਨੇ ਕਿ ਜੀ ਕਦੇ ਇਹਨਾਂ ਦੇ 6 ਮੈਂਬਰ ਆ ਰਹੇ ਨੇ, ਕਦੇ 7 ਮੈਂਬਰ ਆ ਰਹੇ ਨੇ, ਕਦੇ 8 ਆ ਰਹੇ ਨੇ, ਕਦੇ 9 ਆ ਰਹੇ ਨੇ। ਔਰ ਇੱਕ ਕੋਈ ਇਹਨਾਂ ਦਾ ਜਸਟਿਸ ਹੈ ਜਾਂ ਮੈਂਬਰ ਹੈ, ਉਹ ਮਤਲਬ ਪੂਰੀ ਇੰਟਰਵਿਊਜ਼ ਦੇ ਵਿੱਚ ਛੱਤ ਦੀ ਤਰਫ ਦੇਖ ਰਿਹਾ ਸੀ। ਔਰ ਛੱਤ ਦੀ ਤਰਫ ਦੇਖਣ ਦਾ ਮਤਲਬ ਹੈ ਇੱਕ ਬੱਚਾ ਤੁਹਾਡੇ ਕੋਲੇ 5 ਸਾਲ ਤਿਆਰੀ ਕਰਕੇ ਆ ਰਿਹਾ ਔਰ ਤੁਸੀਂ ਛੱਤ ਦੀ ਤਰਫ ਦੇਖ ਰਹੇ ਹੋ, ਤਾਂ ਮੈਂ ਮਤਲਬ ਇਹਨੂੰ ਇੱਕ ਸ਼ੇਮਫੁਲ ਐਕਟ ਮੰਨਦਾ ਕਿ ਤੁਸੀਂ ਇੰਟਰਵਿਊ ਲੈਣ ਦੇ ਵਿੱਚ ਇੰਟਰਸਟਿਡ ਨਹੀਂ ਹੋ। ਤੁਸੀਂ ਪਹਿਲਾਂ ਹੀ ਸਿਲੈਕਟ ਕਰਕੇ ਬੈਠੇ ਹੋ ਕਿ ਅਸੀਂ ਇਹ ਬੱਚੇ ਨੂੰ ਰੱਖਣਾ, ਇਹ ਬੱਚੇ ਨੂੰ ਨਹੀਂ ਰੱਖਣਾ। ਨਹੀਂ, ਪਰ ਇਹ ਕਿਵੇਂ ਜੱਜ ਹੋ ਸਕਦਾ ਕਿ ਜੇ ਛੱਤ ਵੱਲ ਦੇਖ ਰਹੇ ਸੀ ਤਾਂ ਉਹਨਾਂ ਨੇ ਸਿਲੈਕਟ ਕੀਤਾ ਹੋਇਆ? ਇਹ ਤੁਹਾਡੇ ਕੋਲੇ ਕੋਈ ਇਨਪੁਟ ਹੈ ਜਾਂ ਤੁਸੀਂ ਸਿਰਫ ਮਤਲਬ ਤੁਹਾਨੂੰ ਲੱਗ ਰਿਹਾ ਕਿ ਇਦਾਂ ਹੋਇਆ ਹੋਵੇਗਾ? ਦੇਖੋ ਮੈਂ ਕੁਝ ਸਾਲ ਪਹਿਲਾਂ ਨਾ ਬੀਟੈਕ ਕੀਤੀ ਸੀ ਔਰ ਮੈਂ ਕਾਫੀ ਕੰਪਨੀਜ਼ ਦੇ ਵਿੱਚ ITs ਦੀ ਇੰਟਰਵਿਊਜ਼ ਦਿੱਤੀਆਂ ਸੀ। ਤਾਂ ਜਨਰਲੀ ਦੇਖੋ ਮੇਰੇ ਖਿਆਲ ਜਦੋਂ ਤੁਸੀਂ ਕੋਈ ਇੰਟਰਵਿਊ ਦੇਣ ਜਾਂਦੇ ਹੋ, ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਕੋਲ ਵੀ ਇੰਟਰਵਿਊ ਦੇਣ ਆਇਆ, ਤਾਂ ਮੈਂ ਤੁਹਾਡੇ 'ਚ ਇੰਟਰਸਟਿਡ ਆ ਇੰਟਰਵਿਊ ਦੇਣ 'ਚ, ਤੁਸੀਂ ਮੇਰੇ ਨਾਲ ਇੰਟਰਸਟਿਡ ਹੋ, ਹੈ ਨਾ। ਤੁਸੀਂ ਮੈਨੂੰ ਚਾਹ ਪਿਲਾਈ ਹੈ, ਕੌਫੀ ਪਿਲਾਈ ਹੈ। ਤਾਂ ਹੁਣ ਜਦੋਂ ਆਪਾਂ ਇੱਕ ਜੁਡੀਸ਼ਰੀ ਦੀ ਇੰਟਰਵਿਊ ਦੇਣ ਜਾ ਰਹੇ ਹਾਂ ਔਰ ਉੱਥੇ ਇੱਕ ਬੱਚਾ ਮਤਲਬ 5 ਸਾਲ ਤਿਆਰੀ ਕਰਕੇ ਜਾ ਰਿਹਾ ਹੈ ਔਰ ਤੁਸੀਂ ਜੋ ਮਤਲਬ ਇੰਟਰਵਿਊ ਲੈਣ ਵਾਲੇ ਮੈਂਬਰ ਨੇ ਉਹ ਇਨਸਟੈਡ ਆਫ ਕੈਂਡੀਡੇਟ ਤੋਂ ਕੁਐਸਚਨ ਪੁੱਛਣ ਦੀ ਬਜਾਏ ਜਾਂ ਕੈਂਡੀਡੇਟ ਵੱਲ ਦੇਖਣ ਦੀ ਬਜਾਏ ਜਾਂ ਮਤਲਬ ਕੋਈ ਇੰਟਰਸਟ ਸ਼ੋਅ ਕਰਨ ਦੀ ਬਜਾਏ ਅਗਰ ਤੁਸੀਂ ਬਿਲਕੁਲ ਹੀ ਅਨਇੰਟਰਸਟਿਡ ਬੈਠੇ ਹੋ ਔਰ ਛੱਤ ਵੱਲ ਦੇਖੀ ਜਾ ਰਹੇ ਹੋ, ਔਰ ਇਹ ਗੱਲ ਮੈਨੂੰ ਇੱਕ ਬੱਚੇ ਨੇ ਨਹੀਂ ਦੱਸੀ, ਘੱਟੋ ਘੱਟ ਕੋਈ 100-150 ਬੱਚੇ ਨੇ ਮੇਰੇ ਕੋਲ ਇਹ ਗੱਲ ਕੀਤੀ ਹੈ। ਔਰ ਇਸ ਤੋਂ ਇਲਾਵਾ ਜਦੋਂ ਹਰਿਆਣੇ ਦਾ ਮੇਨਸ ਦਾ ਰਿਜ਼ਲਟ ਆਇਆ ਜੀ, ਤਾਂ ਸਾਨੂੰ ਲੱਗਿਆ ਕਿ ਰਿਜ਼ਲਟ ਦੇ ਵਿੱਚ ਕੁਝ ਗੜਬੜੀ ਹੋਈ ਹੈ, ਕਿਉਂਕਿ 256 ਬੱਚੇ ਸੀ। ਤਾਂ ਕਾਇਦੇ ਨਾਲ ਤੁਸੀਂ ਇਹਨਾਂ ਨੇ 3 ਗੁਣਾ ਬੱਚੇ ਪਾਸ ਕਰਵਾਉਣੇ ਹੁੰਦੇ ਨੇ, 768 ਬੱਚੇ ਇਹਨਾਂ ਨੇ ਪਾਸ ਕਰਵਾਉਣੇ ਸੀ, ਬਟ ਇਹਨਾਂ ਨੇ 400 ਬੱਚਾ ਕਰਵਾਇਆ। ਉਹਦੇ ਵਿੱਚ ਵੀ ਇਹਨਾਂ ਨੇ ਕੋਈ 200-300 ਆਪਣਾ ਬੱਚਾ ਪਾਸ ਕਰਵਾਇਆ ਹੋਣਾ। ਔਰ ਜਦੋਂ ਅਸੀਂ ਲੈ ਕੇ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਤਾਂ 9 ਲੱਖ ਰੁਪਇਆ ਮਤਲਬ ਬੱਚਿਆਂ ਨੇ 2-2 3-3 ਹਜ਼ਾਰ ਰੁਪਇਆ ਇਕੱਠਾ ਕਰਕੇ ਆਪਣੇ ਦਿੱਲੀ ਉਹ ਸੀਨੀਅਰ ਐਡਵੋਕੇਟ ਹੈ PS ਪਟਵਾਲੀਆ, ਉਹਨਾਂ ਨੂੰ ਦਿੱਤਾ। ਬਟ ਉਹ ਮੇਰੇ ਖਿਆਲ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੀ ਪਟੀਸ਼ਨ ਹੈ ਉਹ 5 ਸੈਕਿੰਡ ਦੇ ਵਿੱਚ ਡਿਸਮਿਸ ਕਰਤੀ। ਤਾਂ ਤੁਸੀਂ ਦੇਖੋ ਮਤਲਬ ਕਿ ਪਿਛਲੇ 5 ਸਾਲ ਕਹਿ ਲਓ, 10 ਸਾਲ ਕਹਿ ਲਓ, ਮਤਲਬ ਬੱਚੇ ਜਿਹੜੇ ਹੈਗੇ 2-2 3-3 4-4 ਹਜ਼ਾਰ ਰੁਪਏ ਇਕੱਠਾ ਕਰਕੇ ਕੋਈ 10-15 ਕਰੋੜ ਰੁਪਏ ਇਹਨਾਂ ਦੇ ਸਿਸਟਮ ਦੇ ਵਿੱਚ ਮਤਲਬ ਖਰਚ ਕਰ ਚੁੱਕੇ ਨੇ। ਕਦੇ ਇਹਨਾਂ ਦਾ ਕੋਈ ਪੇਪਰ ਲੀਕ ਹੋ ਜਾਂਦਾ ਹੈ ਜੀ, ਕਦੇ ਕੋਈ ਕਿਸੇ ਸਟੇਟ ਦੇ ਨਾਲ ਪੇਪਰ ਕਲੈਸ਼ ਹੋ ਜਾਂਦਾ ਹੈ, ਕਦੇ ਪੇਪਰ WhatsApp 'ਤੇ ਲੀਕ ਹੋ ਗਿਆ, ਕਦੇ ਕਿਸੇ ਸੈਂਟਰ ਤੋਂ ਮੋਬਾਈਲ ਪਕੜੇ ਗਏ। ਹੁਣ ਮੈਂ ਤੁਹਾਨੂੰ ਗੁਜਰਾਤ ਦੀ ਜਿੱਦਾਂ ਗੱਲ ਦੱਸ ਦਿੰਦਾ, ਗੁਜਰਾਤ ਦੇ ਵਿੱਚ 3 ਸਾਲ ਪਹਿਲਾਂ 240 ਵੈਕੈਂਸੀਜ਼ ਨਿਕਲੀਆਂ। ਸੇਮ ਪ੍ਰੋਬਲਮ ਗੁਜਰਾਤ ਦੇ ਵਿੱਚ ਹੈ ਕਿ 240 ਕੋਰਟਸ ਦਾ ਉੱਥੇ ਇਨਫਰਾਸਟਰਕਚਰ ਨਹੀਂ ਹੈ ਔਰ ਗੁਜਰਾਤ ਜੁਡੀਸ਼ੀਅਲ ਅਕੈਡਮੀ ਕੋਲੇ ਤੁਸੀਂ ਲਗਾਓ ਕਿ 240 ਚੇਅਰਸ ਨਹੀਂ ਹੈ ਜੁਡੀਸ਼ੀਅਲ ਆਫਿਸਰਸ ਨੂੰ ਟ੍ਰੇਨ ਕਰਨ ਲਈ। ਤਾਂ ਉਹਨਾਂ ਨੇ ਵੀ ਇਹੀ ਕੀਤਾ, 39 ਉਹਨਾਂ ਨੇ ਜੁਡੀਸ਼ੀਅਲ ਆਫਿਸਰਸ ਰੱਖ ਕੇ ਉਹਨਾਂ ਨੇ ਰਿਕਰੂਟਮੈਂਟ ਕਲੋਜ਼ ਕਰਤੀ। ਔਰ ਮੱਧ ਪ੍ਰਦੇਸ਼ ਦੇ ਵਿੱਚ ਵੀ ਇੱਦਾਂ ਹੀ ਹੋਇਆ ਜੀ। 2 ਸਾਲ ਇਹਨਾਂ ਨੇ ADJ ਦੀ ਰਿਕਰੂਟਮੈਂਟ ਚਲਾਈ ਹੈ, ਕੋਈ ਵੀ ਬੱਚਾ ਇਹਨਾਂ ਨੇ ਸਿਲੈਕਟ ਨਹੀਂ ਕੀਤਾ। ਬੱਚੇ ਇਕੱਠੇ ਹੋ ਕੇ ਮੱਧ ਪ੍ਰਦੇਸ਼ ਹਾਈ ਕੋਰਟ ਕੋਲੇ ਗਏ ਕਿ ਜੀ ਸਾਡੀਆਂ ਆਨਸਰ ਸ਼ੀਟਾਂ ਦਾ ਉਹ ਮੱਧ ਪ੍ਰਦੇਸ਼ ਹਾਈ ਕੋਰਟ ਨੇ ਦੇਣ ਤੋਂ ਮਨਾ ਕਰਤਾ। ਬੱਚੇ ਸੁਪਰੀਮ ਕੋਰਟ ਕੋਲੇ ਗਏ, ਸੁਪਰੀਮ ਕੋਰਟ ਨੇ ਵੀ ਆਨਸਰ ਸ਼ੀਟਾਂ ਦੇਣ ਤੋਂ ਮਨਾ ਕਰਤਾ। ਤਾਂ ਮਤਲਬ
ਸਾਡੀਆਂ ਸਰਕਾਰਾਂ ਨੂੰ ਦਿੱਲੀ ਦੇ ਵਿੱਚ ਇਹ ਕੁਐਸਚਨ ਕਰਦਾ, ਮੈਂ ਸਾਡੀ ਪ੍ਰੈਜ਼ੀਡੈਂਟ ਨੂੰ ਇਹ ਕੁਐਸਚਨ ਕਰਦਾ ਜਾਂ ਚੀਫ ਜਸਟਿਸ ਨੂੰ ਕੁਐਸਚਨ ਕਰਦਾ ਕਿ ਜਦੋਂ ਸਾਨੂੰ ਹੀ ਮਤਲਬ ਸਾਨੂੰ ਅੱਜ ਤੁਸੀਂ ਜੁਡੀਸ਼ੀਅਲ ਐਸਪੀਰੈਂਟਸ ਕਹਿ ਲਓ, ਫਿਊਚਰ ਜੱਜਿਸ ਕਹਿ ਸਕਦੇ ਹੋ, ਲਾਇਰਸ ਕਹਿ ਸਕਦੇ ਹੋ, ਕਿ ਜਦ ਸਾਨੂੰ ਹੀ ਕੋਈ ਰਿਲੀਫ ਨਹੀਂ ਮਿਲ ਰਿਹਾ ਤਾਂ ਇੱਕ ਨਾਰਮਲ ਜੋ ਇਨਸਾਨ ਹੈ, ਜੋ ਆਪਣਾ ਇੱਕ ਨਾਰਮਲ ਇੰਡੀਆ ਦਾ ਬੰਦਾ ਹੈ, ਉਹਨਾਂ ਨੂੰ ਮਤਲਬ ਇਹਨਾਂ ਦੇ ਸਿਸਟਮ ਤੋਂ ਕਿੰਨਾ ਕੁ ਰਿਲੀਫ ਮਿਲਦਾ ਹੋਏਗਾ। ਔਰ ਹੋਰ ਅਗਰ ਮੈਂ ਤੁਹਾਨੂੰ ਦੱਸਾਂ, ਜਿਸ ਤਰ੍ਹਾਂ ਬੱਚੇ ਸਪੋਜ਼ ਕਰੋ ਕੋਈ ਆਪਣੇ ਪੰਜਾਬ ਦਾ ਬੱਚਾ ਹੈ, ਜਿਵੇਂ ਹੁਣ ਰੀਸੈਂਟਲੀ ਮੇਰੀ ਸਿਸਟਰ ਹੈ ਪਟਿਆਲੇ ਤੋਂ, ਗੋਲਡ ਮੈਡਲਿਸਟ ਹੈ ਲਾਅ ਦੇ ਵਿੱਚੋਂ, 7th ਇੰਟਰਵਿਊ ਉਹਨੇ ਆਪਣੀ ਦਿੱਲੀ ਦੇ ਵਿੱਚ ਦਿੱਤੀ ਸੀ। ਔਰ ਦਿੱਲੀ ਦੇ ਵਿੱਚ ਪਹਿਲਾਂ ਤਾਂ ਉਹਨੂੰ ਇੱਦਾਂ ਦੇ ਸਵਾਲ ਪੁੱਛੇ ਗਏ ਕਿ ਤੁਸੀਂ ਪੰਜਾਬ ਤੋਂ ਇੱਥੇ ਕਿਉਂ ਆਏ ਹੋ। ਤਾਂ ਮੇਰੇ ਖਿਆਲ ਦੇ ਵਿੱਚ ਆਪਣਾ ਕਨਸਟੀਟਿਊਸ਼ਨ ਹੈ ਜੋ ਇੱਕ ਯੂਨਿਟਰੀ ਸਟਰਕਚਰ ਦੀ ਗੱਲ ਕਰਦਾ, ਬਟ ਇਹ ਫੈਡਰਲਿਜ਼ਮ ਟਾਈਪ ਕੁਐਸਚਨ ਨਹੀਂ ਪੁੱਛੇ ਜਾਣੇ ਚਾਹੀਦੇ। ਔਰ ਸੈਕੰਡਲੀ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਇਹ ਕਹਿੰਦੀਆਂ ਨੇ ਕਿ ਤੁਸੀਂ 28 ਤੋਂ 30 ਮਿੰਟ ਇੰਟਰਵਿਊ ਲੈਣੀ ਹੈ, ਔਰ 28 ਤੋਂ 30 ਇੰਟਰਵਿਊ ਤੁਸੀਂ ਇੱਕ ਜੁਡੀਸ਼ੀਅਲ ਇੰਟਰਵਿਊ ਦੇ ਵਿੱਚ ਪੁੱਛਣੇ ਨੇ, ਬਟ ਉਹਦੇ ਤੋਂ ਸਿਰਫ 3 ਸਵਾਲ ਪੁੱਛੇ ਨੇ। ਔਰ ਦਿੱਲੀ ਦੇ ਵਿੱਚ ਵੀ ਇਹੀ ਐਲੀਗੇਸ਼ਨ ਲਗਾਏ ਗਏ ਨੇ ਕਿ ਮੇਨਸ ਦੇ ਵਿੱਚ ਵੀ ਕਾਫੀ ਡਿਸਕ੍ਰਿਪੈਂਸੀਜ਼ ਆਈਆਂ ਨੇ। ਔਰ ਇੰਟਰਵਿਊ ਦੇ ਵਿੱਚ ਮੇਰੇ ਖਿਆਲ ਜੋ ਬੱਚਿਆਂ ਨੇ ਮੈਨੂੰ ਦੱਸਿਆ, ਇਹਨਾਂ ਨੇ ਕੋਈ 60 ਤੋਂ 65 ਬੱਚੇ ਇੱਕ ਅਗਰਵਾਲ ਕਮਿਊਨਿਟੀ ਦੇ ਸਪੈਸੀਫਿਕਲੀ ਇਹਨਾਂ ਨੇ ਵੇਟਿੰਗ ਲਿਸਟ ਦੇ ਵਿੱਚ ਪਾਏ ਨੇ। ਹਰਿਆਣਾ ਦੇ ਵਿੱਚ ਵੀ ਇੱਦਾਂ ਹੀ ਹੋਇਆ, ਇਹਨਾਂ ਨੇ ਜੋ SC ਤੇ ST ਕਮਿਊਨਿਟੀ ਦੇ ਬੱਚੇ ਨੇ, ਉਹਨਾਂ ਨੂੰ ਜੋ ਬੱਚੇ ਕਹਿ ਰਹੇ ਨੇ ਉਹਨਾਂ ਨੂੰ ਇੰਟੈਂਸ਼ਨਲੀ ਫੇਲ ਵੀ ਕੀਤਾ ਗਿਆ, ਉਹਨਾਂ ਦੀਆਂ ਇੰਟਰਵਿਊਜ਼ ਸੈਪਰੇਟਲੀ ਲਈਆਂ ਗਈਆਂ। ਮਤਲਬ ਕੁੱਲ ਮਿਲਾ ਕੇ ਤੁਸੀਂ ਇਹ ਲਗਾਓ ਕਿ ਇੱਕ ਸਾਡੀ 11 ਸਾਲ ਪੁਰਾਣੀ ਪਟੀਸ਼ਨ ਪਈ ਹੈ ਜੀ ਸੁਪਰੀਮ ਕੋਰਟ ਪੈਂਡਿੰਗ। ਉਹ 11 ਸਾਲ ਪੁਰਾਣੀ ਪਟੀਸ਼ਨ ਇਹ ਕਹਿੰਦੀ ਹੈ ਕਿ ਇੱਕ ਤਾਂ ਤੁਸੀਂ ਇੰਟਰਵਿਊ ਦੇ ਜੋ ਨੰਬਰ ਨੇ ਉਹ 200 ਤੋਂ ਘੱਟ ਕਰਕੇ ਉਹਨਾਂ ਨੂੰ 50 ਨੰਬਰ ਦੀ ਇੰਟਰਵਿਊ ਕੀਤੀ ਜਾਵੇ, ਇੰਟਰਵਿਊਜ਼ ਦੇ ਵਿੱਚ CCTV ਕੈਮਰਾਜ਼ ਲਗਾਏ ਜਾਣ, ਔਰ ਜੋ ਇਹਨਾਂ ਦਾ ਮੇਨਸ ਨੂੰ ਮਤਲਬ ਕੁਆਲੀਫਾਈ ਕਰਨ ਦਾ ਕ੍ਰਾਈਟੇਰੀਆ ਹੈ ਉਹ 50% ਇਹਨਾਂ ਨੇ ਰੱਖਿਆ ਹੋਇਆ, ਔਰ ਉਹ ਪਟੀਸ਼ਨ ਇਹ ਕਹਿੰਦੀ ਹੈ ਕਿ ਤੁਸੀਂ ਉਹਨੂੰ 45% ਕਰੋ। ਤਾਂ ਉਹ ਪਟੀਸ਼ਨ ਵੀ ਉੱਥੇ 11 ਸਾਲ ਦੀ ਐਜ਼ ਇਟ ਇਜ਼ ਪੈਂਡਿੰਗ ਪਈ ਹੈ। ਮਤਲਬ ਸਾਰੀ ਸਟੇਟਾਂ ਦੇ ਵਿੱਚ ਹੀ ਇਹੀ ਚੱਲ ਰਿਹਾ। ਤੁਸੀਂ ਦੇਖੋ ਹੁਣ ਜਿਵੇਂ ਤੁਸੀਂ ਫਿਰ ਉਮੀਦ ਕਿਸ ਤੋਂ ਰੱਖਦੇ ਹੋ? ਭਾਰਤ ਸਰਕਾਰ ਤੋਂ ਉਮੀਦ ਰੱਖਦੇ ਹੋ? ਜੇ ਉਮੀਦ ਰੱਖਦੇ ਹੋ ਤਾਂ ਕੀ ਤੁਸੀਂ ਫਿਰ ਉੱਥੇ ਤੱਕ ਅਪਰੋਚ ਕੀਤੀ ਹੈ ਇਸ ਮਾਮਲੇ ਦੇ ਅੰਦਰ? ਤੁਸੀਂ ਦੱਸ ਰਹੇ ਹੋ ਕਿ ਹਾਈ ਕੋਰਟ ਵੀ ਨਹੀਂ ਸਾਡੀ ਕੋਈ ਗੱਲ ਬਣਦੀ, ਸੁਪਰੀਮ ਕੋਰਟ ਨੇ ਵੀ ਪਟੀਸ਼ਨ ਜਿਹੜੀ ਆ ਉਹ ਰੱਦ ਕਰ ਦਿੱਤੀ, ਖਾਰਜ ਕਰ ਦਿੱਤੀ, ਫਿਰ ਹੁਣ ਉਮੀਦ ਕਿਸ ਤੋਂ ਆ? ਫਿਰ ਇਹ ਪੂਰਾ ਉਮੀਦ ਦੇਖੋ, ਅਗਰ ਤੁਸੀਂ ਜੁਡੀਸ਼ਰੀ ਦੀ ਗੱਲ ਕਰੋ ਤਾਂ ਸਾਨੂੰ ਪੂਰੀ ਜੁਡੀਸ਼ਰੀ ਦੇ ਵਿੱਚ ਸਿਰਫ ਇੱਕ ਜੋ ਸਾਡੇ ਚੀਫ ਜਸਟਿਸ ਨੇ ਡਾਕਟਰ DY ਚੰਦਰਚੂੜ, ਸਾਨੂੰ ਉਹਨਾਂ ਤੋਂ ਉਮੀਦ ਹੈ। ਅਗਰ ਉਹ ਕੋਈ ਸਪੈਸ਼ਲ ਆਰਡਰ ਨਾਲ ਜਾਂ ਕੋਈ ਆਪਣੀ ਸਪੈਸ਼ਲ ਕੋਰਟ ਬਿਠਾ ਕੇ ਜਾਂ ਕੋਈ ਕਨਸਟੀਟਿਊਸ਼ਨ ਬੈਂਚ ਬਿਠਾ ਕੇ ਅਗਰ ਉਹ ਬੱਚਿਆਂ ਨੂੰ ਬੁਲਾਉਂਦੇ ਨੇ, ਸਾਡੀਆਂ ਪਟੀਸ਼ਨਸ ਸੁਣਨ ਲਈ ਤਿਆਰ ਨੇ, ਤਾਂ ਅਸੀਂ ਉਹਨਾਂ ਕੋਲੇ ਜਾਣ ਲਈ ਸਾਨੂੰ ਕਿਸੇ ਲਾਇਰ ਦੀ ਵੀ ਜ਼ਰੂਰਤ ਨਹੀਂ ਹੈ। ਅਸੀਂ ਅੱਜ ਦੀ ਡੇਟ 'ਚ ਅਸੀਂ ਆਪ ਹੀ ਲਾਇਰ ਹਾਂ, ਅਸੀਂ ਉੱਥੇ ਜਾ ਕੇ ਆਪਣੀ ਵਕਾਲਤ ਖੁਦ ਕਰ ਸਕਦੇ ਹਾਂ, ਉਹਨਾਂ ਨੂੰ ਆਪਣੇ ਗ੍ਰੀਵੈਂਸਿਸ ਅਸੀਂ ਦੱਸ ਸਕਦੇ ਹਾਂ, ਔਰ ਉਹ ਅਸੀਂ ਚਾਹੁੰਦੇ ਹਾਂ ਵੀ ਜੋ ਬਣਦੀ ਕਾਰਵਾਈ ਹੈ ਉਹ ਕਰਨ। ਔਰ ਜਾਂ ਫਿਰ ਅਸੀਂ ਦੇਖੋ ਲਾਅ ਮਿਨਿਸਟਰ ਤੱਕ ਆਪਣੀ ਗੱਲ ਪਹੁੰਚਾਈ ਹੈ। ਲਾਅ ਮਿਨਿਸਟਰ ਵੀ ਦਿੱਲੀ ਦੇ ਵਿੱਚੋਂ ਥੋੜ੍ਹਾ ਜੁਡੀਸ਼ਰੀ ਔਰ ਕੋਲੀਜੀਅਮ ਸਿਸਟਮ ਦੇ ਅਗੇਂਸਟ ਬੋਲ ਰਹੇ ਨੇ। PM ਤੱਕ ਵੀ ਅਸੀਂ ਗੱਲ ਪਹੁੰਚਾਈ ਹੈ, ਹਲੇ ਸਾਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਪ੍ਰੈਜ਼ੀਡੈਂਟ ਕੋਲ ਵੀ, ਮਤਲਬ ਦਿੱਲੀ ਦੀਆਂ ਸਾਰੀਆਂ ਅਥਾਰਟੀਜ਼ ਕੋਲ ਅਸੀਂ ਰਿਕੁਐਸਟ ਭੇਜੀ ਤਾਂ ਹੈ, ਬਟ ਹਲੇ ਅਗਰ ਮੈਂ ਕਹਾਂ ਕਿ ਕੋਈ ਐਕਸ਼ਨ ਨਹੀਂ ਲਿਆ ਗਿਆ, ਮਤਲਬ ਜਾਂ ਕਹਿ ਲਓ ਕਿ ਸਾਨੂੰ ਕੋਈ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ। ਜਾਂ ਜਿੱਦਾਂ ਹੁਣ ਮੈਂ ਪ੍ਰੈਜ਼ੀਡੈਂਟ ਬੀਇੰਗ ਦਾ ਫਸਟ ਸਿਟੀਜ਼ਨ ਆਫ ਇੰਡੀਆ, ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਉਹਨਾਂ ਨੂੰ ਰਿਕੁਐਸਟ ਕਰ ਸਕਦਾ ਕਿ ਦੇਖੋ ਜੀ, ਸਾਰੇ ਇੰਡੀਆ ਦੇ ਬੱਚੇ ਤੁਹਾਨੂੰ ਮਿਲਣਾ ਚਾਹੁੰਦੇ ਨੇ, ਆਪਣੇ ਗ੍ਰੀਵੈਂਸਿਸ ਦੱਸਣਾ ਚਾਹੁੰਦੇ ਨੇ, ਔਰ ਜਾਂ ਫਿਰ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਜਾ ਸਕਦੀ ਹੈ ਤੁਹਾਡੇ ਚੈਨਲ ਦੇ ਰਾਹੀਂ ਕਿ ਉਹ ਕੋਈ ਆਪਣੀ ਸਪੈਸ਼ਲ ਕੋਰਟ ਬਿਠਾ ਲੈਣ, ਜਿੱਥੇ ਮਤਲਬ ਦਿੱਲੀ ਦੀਆਂ ਜੋ ਹਾਈਐਸਟ ਅਥਾਰਟੀਜ਼ ਨੇ, ਚਾਹੇ ਉਹ ਚੀਫ ਜਸਟਿਸ ਨੇ, ਚਾਹੇ ਪ੍ਰੈਜ਼ੀਡੈਂਟ ਨੇ, ਚਾਹੇ ਲਾਅ ਮਿਨਿਸਟਰ ਨੇ, ਚਾਹੇ ਆਪਣੇ PM ਨੇ, ਚਾਹੇ ਹੋਮ ਮਿਨਿਸਟਰ ਨੇ, ਇਹ ਸਾਰੀਆਂ ਅਥਾਰਟੀਜ਼ ਇਕੱਠੀਆਂ ਬੈਠਣ ਔਰ ਬੱਚਿਆਂ ਦੇ ਪੇਰੈਂਟਸ ਦੇ ਗ੍ਰੀਵੈਂਸਿਸ ਸੁਣੇ ਜਾਣ, ਔਰ ਜੋ ਬਣਦੀ ਕਾਰਵਾਈ ਹੈ ਜੱਜਿਸ ਦੇ ਅਗੇਂਸਟ ਉਹ ਕੀਤੀ ਜਾਵੇ। 258 ਦੇ ਵਿੱਚ ਤੁਸੀਂ ਵੀ ਅਪਲਾਈ ਕੀਤਾ, ਤੁਸੀਂ ਵੀ ਪੇਪਰ ਦਿੱਤਾ, ਉਹ ਟੈਸਟ ਦਿੱਤਾ ਸੀ? ਹਾਂਜੀ ਹਾਂ, ਮੈਂ ਹਰਿਆਣਾ ਦਾ ਜੋ 256 ਪੋਸਟਾਂ ਨਿਕਲੀਆਂ ਸੀ ਉਹਦੇ 'ਚ ਮੈਂ ਪੇਪਰ ਦਿੱਤਾ ਸੀ। ਔਰ ਮੈਨੂੰ ਇਹਨਾਂ ਨੇ ਜਾਣਬੁੱਝ ਕੇ ਕਹਿ ਲਓ, ਡੈਲੀਬਰੇਟਲੀ ਕਹਿ ਲਓ, ਮੈਲਾਫਾਈਡੀ ਕਹਿ ਲਓ, ਮੈਨੂੰ ਵੀ ਇਹਨਾਂ ਨੇ ਮੇਨਸ ਦੇ ਪੇਪਰ ਦੇ ਵਿੱਚੋਂ ਫੇਲ ਕੀਤਾ। ਮਤਲਬ ਮੇਰੇ ਜਿਵੇਂ ਤੁਸੀਂ ਲਗਾਓ ਕਿ 450 ਨੰਬਰ ਜਿਹੜਾ ਹੈਗਾ ਉਹ ਕੁਆਲੀਫਿਕੇਸ਼ਨ ਲਈ ਚਾਹੀਦਾ ਸੀ, ਔਰ ਇਹਨਾਂ ਨੇ ਮੈਨੂੰ 440.5 ਨੰਬਰ ਦੇ ਕੇ ਫੇਲ ਕੀਤਾ। ਉਸ ਤੋਂ ਬਾਅਦ ਜਦੋਂ RTI ਦੇ ਵਿੱਚ ਮੈਂ ਆਪਣੀਆਂ ਆਨਸਰ ਸ਼ੀਟਾਂ ਲਈਆਂ ਨੇ ਤਾਂ ਉਹਦੇ 'ਚ ਘੱਟੋ ਘੱਟ 50 ਤੋਂ 60 ਨੰਬਰ ਦੀਆਂ ਡਿਸਕ੍ਰਿਪੈਂਸੀਜ਼ ਨੇ। ਹੁਣ ਜਦੋਂ ਅਸੀਂ ਉਹ ਆਪਣੀ ਪਟੀਸ਼ਨ ਲਗਾਈ ਕਿ ਸਾਡੀਆਂ ਆਨਸਰ ਸ਼ੀਟਾਂ ਤੁਸੀਂ ਰੀਚੈੱਕ ਕਰੋ, ਤਾਂ ਉਹਦੇ 'ਤੇ ਕੋਈ ਸੁਣਵਾਈ ਨਹੀਂ ਹੋ ਰਹੀ। ਤਾਂ ਮਤਲਬ ਇਹ ਕਦੋਂ ਲਾਈ ਸੀ? ਇਹ ਅਸੀਂ 2-3 ਵਾਰ ਲਾ ਚੁੱਕੇ ਹਾਂ ਜੀ। 2 ਪਟੀਸ਼ਨਸ ਅਸੀਂ ਸੁਪਰੀਮ ਕੋਰਟ ਲਾ ਚੁੱਕੇ ਹਾਂ ਇਹਦੇ ਰਿਗਾਰਡਿੰਗ, 2 ਪਟੀਸ਼ਨਸ ਅਸੀਂ ਹਾਈ ਕੋਰਟ ਲਗਾ ਚੁੱਕੇ ਹਾਂ। ਮਤਲਬ ਪ੍ਰੋਬਲਮ ਬੇਸਿਕਲੀ ਇਹੀ ਆ ਰਹੀ ਹੈ ਨਾ ਕਿ ਸਾਨੂੰ ਹੀ ਐਂਟਰਟੇਨ ਨਹੀਂ ਕੀਤਾ ਜਾ ਰਿਹਾ। ਅਸੀਂ ਤਾਂ ਦੇਖੋ ਕੋਰਟ ਜਾਂਦੇ ਹਾਂ, ਬਾਰ-ਬਾਰ ਜਾਂਦੇ ਹਾਂ, ਕਦੇ ਕਿਸੇ ਐਡਵੋਕੇਟ ਨੂੰ 10 ਲੱਖ ਰੁਪਇਆ ਦੇ ਕੇ ਜਾਂਦੇ ਹਾਂ, ਕਦੇ 20 ਲੱਖ ਰੁਪਇਆ ਦੇ ਕੇ ਜਾਂਦੇ ਹਾਂ। ਬੰਦਾ ਦੇਖੋ ਨਾਰਮਲ ਬੰਦਾ ਕਿੱਥੇ ਜਾਂਦਾ ਹੈ ਥੱਕ ਹਾਰ ਕੇ? ਹਰ ਬੰਦਾ ਕੋਰਟ ਹੀ ਜਾਂਦਾ ਹੈ। ਤਾਂ
ਅਸੀਂ ਤਾਂ ਹੁਣ ਵੀ ਦੁਬਾਰਾ ਵੀ ਜਾਣ ਨੂੰ ਤਿਆਰ ਹਾਂ। ਸਾਨੂੰ ਮਤਲਬ ਕੋਰਟ ਸਾਨੂੰ ਐਂਟਰਟੇਨ ਕਰੇ, ਅਸੀਂ ਜਾ ਕੇ ਉੱਥੇ ਆਪਣੇ ਗ੍ਰੀਵੀਐਂਸਿਸ ਦੱਸਣ ਲਈ ਤਿਆਰ ਹਾਂ। ਗ੍ਰੀਵੀਐਂਸਿਸ ਇਨਫੈਕਟ ਅਸੀਂ ਹਰ ਚੀਜ਼ ਦਾ ਅੰਡਰ ਓਥ ਐਵੀਡੈਂਸ ਦੇਣ ਲਈ ਤਿਆਰ ਹਾਂ ਕਿ ਜੀ ਪਿਛਲੇ 5 ਸਾਲ ਤੋਂ ਸਾਡੇ ਨਾਲ ਇਹ ਚੱਲ ਰਿਹਾ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਰਾਜਸਥਾਨ ਦੀ ਐਗਜ਼ਾਮਪਲ ਦਿੰਦਾ, ਲਾਸਟ ਈਅਰ ਰਾਜਸਥਾਨ ਦਾ ਪੇਪਰ ਹੋਇਆ ਸੀ ਜੀ। ਉੱਥੇ ਪ੍ਰੀਲਿਮਸ ਦੇ ਵਿੱਚ 3 ਕੁਐਸਚਨ ਹਿੰਦੀ ਦੇ ਜੋ ਠੀਕ ਸੀਗੇ ਉਹ ਇਹਨਾਂ ਨੇ ਡਿਲੀਟ ਕਰਤੇ। ਤਾਂ ਅਸੀਂ ਉੱਥੋਂ ਇੱਕ ਰਾਜਸਥਾਨ ਦੇ ਵਿੱਚੋਂ ਐਡਵੋਕੇਟ ਹਾਇਰ ਕੀਤਾ, ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਔਰ ਉਹ ਐਡਵੋਕੇਟ ਨੇ ਜੋ MBD ਗਾਈਡ ਹੁੰਦੀ ਹੈ ਹਿੰਦੀ ਦੀ, ਉਹਨੇ ਮਤਲਬ ਜਾ ਕੇ ਜੱਜ ਦੇ ਅੱਗੇ ਰੱਖਤੀ ਕਿ ਜੀ ਇਹ ਕੁਐਸਚਨ ਤੁਸੀਂ ਜ਼ਬਰਦਸਤੀ ਡਿਲੀਟ ਕਰਤੇ, ਨਹੀਂ ਕਰਨੇ ਚਾਹੀਦੇ, ਬੱਚਿਆਂ ਨੂੰ ਇਹਨਾਂ ਦੇ ਨੰਬਰ ਦਿਓ। ਤਾਂ ਉਹਨਾਂ ਨੇ ਗਾਈਡ ਚੱਕ ਕੇ ਸਿੱਟਤੀ, ਕਹਿੰਦੇ ਵੀ ਸਾਡੀ ਕੋਰਟ ਹੈ, ਮਤਲਬ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਤਾਂ ਮੈਂ ਚੰਦਰਚੂੜ ਸਾਹਿਬ ਨੂੰ ਕਹਿਣਾ ਵੀ ਚਾਹੂੰਗਾ, ਪੁੱਛਣਾ ਵੀ ਚਾਹੂੰਗਾ, ਮਤਲਬ ਇਹ ਮੈਂ ਮੈਸੇਜ ਦੇਣਾ ਚਾਹੂੰਗਾ ਕਿ ਚੰਦਰਚੂੜ ਸਾਹਿਬ ਕਿ ਜੱਜਿਸ ਕਾਂਟ ਵੀ ਗੂਨਸ ਇਨ ਅ ਡੈਮੋਕ੍ਰੇਸੀ ਲਾਈਕ ਇੰਡੀਆ। ਤਾਂ ਥੋੜ੍ਹਾ ਉਹ ਬੱਚਿਆਂ ਨੂੰ ਬੁਲਾਉਣ, ਉਹਨਾਂ ਦੀ ਸੁਣਵਾਈ ਕਰਨ ਔਰ ਜੋ ਬਣਦੀ ਕਾਰਵਾਈ ਹੈ ਉਹ ਆਪਣੇ ਜੱਜਿਸ ਦੇ ਅਗੇਂਸਟ ਉਹ ਕਰਨ। ਅੱਛਾ, ਆਖਰ 'ਤੇ ਕਿ ਤੁਸੀਂ ਭਾਰਤ ਸਰਕਾਰ ਤੱਕ ਪਹੁੰਚ ਕਰ ਰਹੇ ਹੋ, ਤੁਸੀਂ ਦੱਸਿਆ, ਔਰ ਦਿੱਲੀ ਲਾਅ ਮਿਨਿਸਟਰ ਵੀ ਬੋਲੇ ਨੇ, ਤੁਸੀਂ ਕੋਰਟ ਨੂੰ ਤਾਂ ਛੱਡਤਾ ਕਿ ਉੱਥੋਂ ਤਾਂ ਇਨਸਾਫ ਮਿਲ ਹੀ ਨਹੀਂ ਰਿਹਾ। ਹੁਣ ਆਖਿਰ 'ਤੇ ਫਿਰ ਤੁਸੀਂ ਕਰਨਾ ਕੀ ਹੈ? ਤੁਹਾਨੂੰ ਕੀ ਲੱਗ ਰਿਹਾ ਕਿ ਆਹ ਇੱਕ ਸਾਰਥਕ ਕਦਮ ਹੋ ਸਕਦਾ ਜਿਹੜਾ ਸਾਡਾ ਭਲਾ ਕਰ ਸਕਦਾ, ਤੁਹਾਡੀ ਇੱਕ ਵਾਰ ਫਿਰ ਤੋਂ ਮੁੜ ਸੁਣਵਾਈ ਹੋ ਸਕਦੀ? ਕਰਨਾ ਦੇਖੋ ਇਹ ਹੋ ਸਕਦਾ ਹੈ ਕਿ ਅਸੀਂ ਮਤਲਬ ਪਹਿਲਾਂ ਵੀ 1-2 ਇੰਟਰਵਿਊ ਦਿੱਤੇ ਨੇ ਔਰ ਉਹਦੇ 'ਚ ਅਸੀਂ ਦਿੱਲੀ ਸਰਕਾਰਾਂ ਨੂੰ ਕਹਿ ਲਓ ਜਾਂ ਪ੍ਰੈਜ਼ੀਡੈਂਟ ਨੂੰ ਕਹਿ ਲਓ ਜਾਂ ਚੀਫ ਜਸਟਿਸ ਨੂੰ ਕਹਿ ਲਓ, ਅਸੀਂ ਉਹਨਾਂ ਨੂੰ 15 ਕੁ ਦਿਨ ਦਾ ਅਲਟੀਮੇਟਮ ਜਿਹੜਾ ਹੈਗਾ ਉਹ ਦਿੱਤਾ ਹੈਗਾ ਕਿ ਸਾਡੀ ਸੁਣਵਾਈ ਕੀਤੀ ਜਾਵੇ। ਅਦਰਵਾਈਜ਼ ਸਾਡੀ ਪਲੈਨਿੰਗ ਇਹ ਚੱਲ ਰਹੀ ਹੈ ਜੀ, ਦੇਖੋ ਅਸੀਂ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਵੀ ਕਰਾਂਗੇ, 200-400 ਬੱਚਾ ਇਕੱਠਾ ਹੋ ਕੇ ਅਸੀਂ CJI ਦੀ ਕੋਰਟ ਦਾ ਘਿਰਾਓ ਵੀ ਕਰ ਸਕਦੇ ਹਾਂ ਔਰ ਅਸੀਂ ਪ੍ਰੈਜ਼ੀਡੈਂਟ ਦਾ ਘਿਰਾਓ ਵੀ ਕਰ ਸਕਦੇ ਹਾਂ। ਮਤਲਬ ਅਸੀਂ ਸਾਰੀ ਅਥਾਰਟੀਜ਼ ਦਾ ਹੁਣ ਘਿਰਾਓ ਕਰਾਂਗੇ, ਬਟ ਰਿਲੀਫ ਮਤਲਬ ਅਸੀਂ ਹੁਣ ਲੈ ਕੇ ਰਹਾਂਗੇ। ਤਾਂ ਸਿੱਧੇ ਤੌਰ 'ਤੇ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਇਹ ਧੱਕਾ ਹੋਇਆ ਕਿ ਜਦੋਂ ਅਸੀਂ ਟੈਸਟ ਦਿੱਤੇ ਤਾਂ ਸਾਨੂੰ ਲੱਗਦਾ ਸੀ ਕਿ ਅਸੀਂ ਉਹਦੇ ਵਿੱਚੋਂ ਪਾਸ ਹੋਵਾਂਗੇ ਜਾਂ ਬਹੁਤ ਸਾਰੇ ਨੰਬਰ ਆਉਣਗੇ, ਔਰ ਨਾਲ ਹੀ ਉਹਨਾਂ ਜ਼ਿਕਰ ਕੀਤਾ ਕਿ 5-5 ਸਾਲ ਤਿਆਰੀ ਕਰਕੇ ਗਏ ਆ, ਗੋਲਡ ਮੈਡਲਿਸਟ ਬੱਚੇ ਵੀ ਸੀ, ਉਹਨਾਂ ਨੂੰ ਵੀ ਫੇਲ ਕਰ ਦਿੱਤਾ ਗਿਆ। ਬੇਸਿਕਲੀ ਉਹਨਾਂ ਦਾ ਦੋਸ਼ ਇਹੋ ਹੀ ਹੈ ਕਿ ਇਸ ਮਾਮਲੇ ਦੇ ਅੰਦਰ ਮੋਨੋਪੋਲੀ ਹੋਈ ਹੈ। ਫਿਲਹਾਲ ਇਹ ਵਿਸ਼ਾ ਜਿਹੜਾ ਹੈ ਇਹ ਜਾਂਚ ਦਾ ਵਿਸ਼ਾ ਹੈ ਕਿ ਇਸ ਮਾਮਲੇ ਦੇ ਅੰਦਰ ਕੀ ਹੋਇਆ, ਪਰ ਉਹ ਕਹਿ ਰਹੇ ਨੇ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਅਸੀਂ ਇਹਦਾ ਪ੍ਰੋਟੈਸਟ ਜਿਹੜਾ ਉਹ ਤਿੱਖੇ ਰੂਪ 'ਚ ਕਰਾਂਗੇ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਮੋਹਾਲੀ।